डियर स्टूडेंट्स, मैं दविंदर सिंह चैल, साइंस मास्टर सरकारी हाई स्कूल शेरगढ़ डिस्ट्रिक्ट फाजिलका आप सब ਦਾ ਸਵਾਗਤ ਕਰਦਾ ਹਾਂ। ਪਿਆਰੇ ਬੱਚੋ, ਅੱਜ ਜਿਹੜਾ ਟੌਪਿਕ ਅਸੀਂ ਡਿਸਕਸ ਕਰਾਂਗੇ ਉਹ ਹੈ ਕਲਾਸ 10th ਹਿਊਮਨ ਰੀਪਰੋਡਕਟਿਵ ਸਿਸਟਮ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ ਹੈ, ਰੀਪਰੋਡਕਸ਼ਨ ਉਹ ਪ੍ਰੋਸੈਸ ਹੈ ਜਿਸ ਦੇ ਰਾਹੀਂ ਕੋਈ ਵੀ ਆਰਗੈਨਿਜ਼ਮ ਆਪਣੇ ਵਰਗੀ ਸੰਤਾਨ ਅੱਗੇ ਪੈਦਾ ਕਰਦਾ ਹੈ। ਇਸ ਦੇ ਬੇਸਿਕਲੀ ਦੋ ਹੀ ਤਰੀਕੇ ਹਨ। ਵਨ ਇਜ਼ ਏਸੈਕਸ਼ੂਅਲ ਰੀਪਰੋਡਕਸ਼ਨ ਜਾਂ ਅਲਿੰਗੀ ਜਨਨ, ਤੇ ਦੂਸਰਾ ਹੈ ਸੈਕਸ਼ੂਅਲ ਰੀਪਰੋਡਕਸ਼ਨ ਜਾਂ ਲਿੰਗੀ ਜਨਨ। ਹੁਣ ਜੇਕਰ ਗੱਲ ਕਰੀਏ ਸੈਕਸ਼ੂਅਲ ਰੀਪਰੋਡਕਸ਼ਨ ਦੀ, ਉਸ ਵਿੱਚ ਬੇਸਿਕਲੀ ਹੈ ਕੀ? ਉਸ ਵਿੱਚ ਬੇਸਿਕਲੀ ਮੇਲ ਅਤੇ ਫੀਮੇਲ ਦੋਨਾਂ ਤੋਂ, ਮੇਲ ਤੋਂ ਮੇਲ ਗੈਮੀਟ ਤੇ ਫੀਮੇਲ ਤੋਂ ਫੀਮੇਲ ਗੈਮੀਟ ਆਉਣਗੇ, ਉਹ ਮਿਲਣਗੇ। ਇਸ ਤਰ੍ਹਾਂ ਜਦੋਂ ਮਿਲਦੇ ਹੈ ਇਸ ਨੂੰ ਕਹਿੰਦੇ ਆ ਫਰਟੀਲਾਈਜੇਸ਼ਨ, ਜਿਸ ਤੋਂ ਬਾਅਦ ਜ਼ਾਈਗੋਟ ਫਾਰਮੇਸ਼ਨ ਹੁੰਦੀ ਹੈ ਤੇ ਹੌਲੀ ਹੌਲੀ ਚਾਈਲਡ ਦਾ ਬਰਥ ਹੁੰਦਾ ਹੈ। ਇਹ ਹੁੰਦਾ ਹੈ ਇਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ। ਹੁਣ ਜੇਕਰ ਆਪਾਂ ਹਿਊਮਨ ਰੀਪਰੋਡਕਟਿਵ ਸਿਸਟਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਮੇਲ ਰੀਪਰੋਡਕਟਿਵ ਸਿਸਟਮ ਤੇ ਫੀਮੇਲ ਰੀਪਰੋਡਕਟਿਵ ਸਿਸਟਮ ਹੋਊਗਾ। ਮੇਲ ਰੀਪਰੋਡਕਟਿਵ ਸਿਸਟਮ ਤੋਂ ਮੇਲ ਗੈਮੀਟ ਆਉਣਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਪਰਮਸ। ਫੀਮੇਲ ਰੀਪਰੋਡਕਟਿਵ ਸਿਸਟਮ ਤੋਂ ਫੀਮੇਲ ਗੈਮੀਟ ਆਉਣਗੇ ਜਿਨ੍ਹਾਂ ਨੂੰ ਕਹਿੰਦੇ ਹਾਂ ਓਵਮ ਜਾਂ ਐਗ। ਦੋਨੋਂ ਮਿਲਣਗੇ, ਫਰਟੀਲਾਈਜੇਸ਼ਨ ਕੰਪਲੀਟ ਹੋਊਗੀ ਤੇ ਇਸ ਤਰ੍ਹਾਂ ਅੱਗੇ ਚਾਈਲਡ ਫਾਰਮੇਸ਼ਨ ਹੋਵੇਗੀ। ਹੁਣ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਮੇਲ ਰੀਪਰੋਡਕਟਿਵ ਸਿਸਟਮ। ਇਹ ਹੈ ਮੇਲ ਰੀਪਰੋਡਕਟਿਵ ਸਿਸਟਮ ਦਾ ਡਾਇਗਰਾਮ, ਇਹ ਹੈ ਫੀਮੇਲ ਰੀਪਰੋਡਕਟਿਵ ਸਿਸਟਮ ਦਾ ਡਾਇਗਰਾਮ। ਸਭ ਤੋਂ ਪਹਿਲਾਂ ਡਿਸਕਸ ਕਰਨਾ ਹੈ ਆਪਾਂ ਮੇਲ ਰੀਪਰੋਡਕਟਿਵ ਸਿਸਟਮ। ਇਸ ਦੇ ਮੈਂ ਤੁਹਾਨੂੰ ਵੱਖ-ਵੱਖ ਪਾਰਟਸ ਦੱਸੂਗਾ, ਫਿਰ ਉਹਨਾਂ ਪਾਰਟਸ ਦੀ ਸਟਰਕਚਰ ਕਿੱਦਾਂ ਦੀ ਹੈ, ਉਹਨਾਂ ਦੇ ਫੰਕਸ਼ਨਸ ਕੀ ਹਨ ਉਹ ਵੀ ਦੱਸੂਗਾ। ਤਾਂ ਸਭ ਤੋਂ ਪਹਿਲੀ ਗੱਲ, ਮੇਲ ਰੀਪਰੋਡਕਟਿਵ ਸਿਸਟਮ ਤੋਂ ਜਿਹੜੇ ਗੈਮੀਟਸ ਹਨ ਉਹਨਾਂ ਨੂੰ ਕਹਿੰਦੇ ਹਾਂ ਸਪਰਮਸ। ਆਹ ਸਪਰਮ ਦੀ ਸਟਰਕਚਰ ਹੈ, ਉੱਪਰ ਹੈਡ, ਆ ਨੈਕ ਤੇ ਆ ਟੇਲ। ਸਪਰਮਸ ਜਿਹੜੇ ਹਨ ਉਹ ਆਪਣੀ ਟੇਲ ਦੀ ਹੈਲਪ ਦੇ ਨਾਲ ਮੂਵਮੈਂਟ ਕਰ ਸਕਦੇ ਹਨ। ਹੁਣ ਇਹ ਹੈ ਸਾਡਾ ਮੇਲ ਰੀਪਰੋਡਕਟਿਵ ਸਿਸਟਮ। ਸਭ ਤੋਂ ਫਸਟ ਪਾਰਟ ਜਿਹੜਾ ਇੰਪੋਰਟੈਂਟ ਇਹਦਾ ਉਹ ਹੈ ਟੈਸਟਿਸ। ਸੰਖਿਆ ਦੇ ਵਿੱਚ ਇਹ ਹੁੰਦੇ ਹਨ 2। ਟੈਸਟਿਸ ਉਹ ਆਰਗਨ ਹੈ ਜੋ ਸਪਰਮਸ ਦੀ ਪ੍ਰੋਡਕਸ਼ਨ ਕਰਦਾ ਹੈ, ਸਪਰਮਸ ਨੂੰ ਪੈਦਾ ਕਰਦਾ ਹੈ, ਬਣਾਉਂਦਾ ਹੈ। ਹੁਣ ਟੈਸਟਿਸ ਦੇ ਬਾਰੇ ਥੋੜਾ ਹੋਰ ਡਿਸਕਸ ਕਰ ਲਈਏ। ਸੰਖਿਆ ਵਿੱਚ 2 ਹੁੰਦੇ ਹਨ। ਲੈਫਟ ਟੈਸਟਿਸ ਉਹ ਥੋੜਾ ਜਿਹਾ ਡਾਊਨਵਰਡਸ ਹੁੰਦਾ ਤੇ ਰਾਈਟ ਅਪਵਰਡਸ ਹੁੰਦਾ। ਮੀਨਸ ਲੈਫਟ ਟੈਸਟਿਸ ਥੋੜਾ ਜਿਹਾ ਨੀਚੇ ਹੋਵੇਗਾ ਤੇ ਰਾਈਟ ਅਪਵਰਡ ਹੋਵੇਗਾ। ਕੰਮ ਇਹਨਾਂ ਦਾ ਕੀ ਹੈ? ਇਹਨਾਂ ਦਾ ਬੇਸਿਕਲੀ ਕੰਮ ਹੈ ਸਪਰਮ ਦੀ ਫਾਰਮੇਸ਼ਨ ਕਰਨਾ। ਸਪਰਮ ਉਹ ਮੇਲ ਗੈਮੀਟ ਹੈ ਜੋ ਬਾਅਦ ਦੇ ਵਿੱਚ ਫੀਮੇਲ ਗੈਮੀਟ ਨਾਲ ਮਿਲ ਕੇ ਫਰਟੀਲਾਈਜੇਸ਼ਨ ਪ੍ਰੋਸੈਸ ਨੂੰ ਪੂਰਾ ਕਰੇਗਾ। ਹੁਣ ਟੈਸਟਿਸ ਇੱਕ ਸੈਕ ਲਾਈਕ ਸਟਰਕਚਰ, ਮਸਕੂਲਰ ਸੈਕ ਲਾਈਕ ਸਟਰਕਚਰ ਦੇ ਵਿੱਚ ਹੁੰਦੇ ਹਨ ਜਿਸ ਨੂੰ ਕਹਿੰਦੇ ਹਾਂ ਸਕਰੋਟਮ। ਆ ਆਊਟਰ ਸਰਫੇਸ ਥੈਲੀਨੁਮਾ ਰਚਨਾ ਨਜ਼ਰ ਆ ਰਹੀ ਹੈ, ਇਸ ਨੂੰ ਕਹਿੰਦੇ ਹਾਂ ਸਕਰੋਟਮ। ਥੈਲੀਨੁਮਾ ਹੈ, ਸੈਕ ਲਾਈਕ। दूसरी इंपॉर्टेंट चीज, ਸਕਰੋਟਮ ਤੇ ਟੈਸਟਿਸ ਦੋਨੋਂ ਸਾਡੀ ਬਾਡੀ ਤੋਂ ਬਾਹਰ ਹੁੰਦੇ ਹਨ, ਬਾਡੀ ਦੇ ਅੰਦਰ ਨਹੀਂ ਹੁੰਦੇ ਹਨ। ਉਸ ਦਾ ਵੀ ਰੀਜ਼ਨ ਹੈ ਕਿਉਂਕਿ ਸਪਰਮਸ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਬਾਡੀ ਦਾ ਟੈਂਪਰੇਚਰ ਜਿਹੜਾ ਹੈ ਸਾਡਾ ਉਹ ਜ਼ਿਆਦਾ ਹੁੰਦਾ ਹੈ, ਉਸ 'ਚ ਉਹ ਸਰਵਾਈਵ ਨਹੀਂ ਕਰ ਸਕਦੇ। ਇਸ ਕਰਕੇ ਸਕਰੋਟਮ ਦੇ ਵਿੱਚ ਜਿਹੜੇ ਟੈਸਟਿਸ ਹਨ ਉਹ ਬਾਡੀ ਤੋਂ ਬਾਹਰ ਹੁੰਦੇ ਹਨ। ਸੈਕੰਡ ਥਿੰਗ, ਸਕਰੋਟਮ ਦੀਆਂ ਮਸਲਸ ਜਿਹੜੀਆਂ ਹਨ ਉਹ ਰਿਲੈਕਸ ਵੀ ਕਰ ਸਕਦੀਆਂ ਹਨ ਤੇ ਕੰਟਰੈਕਟ ਵੀ ਕਰ ਸਕਦੀਆਂ ਹਨ। ਉਹ ਕਿਉਂ? ਅਕੋਰਡਿੰਗ ਟੂ ਐਟਮੋਸਫੀਅਰਿਕ ਕੰਡੀਸ਼ਨ। ਜੇਕਰ ਠੰਡ ਬਹੁਤ ਜ਼ਿਆਦਾ ਹੈ ਤਾਂ ਸਕਰੋਟਮ ਦੀਆਂ ਮਸਲਸ ਕੰਟਰੈਕਟ ਕਰ ਜਾਣਗੀਆਂ ਤੇ ਟੈਸਟਿਸ ਬਾਡੀ ਦੇ ਨਜ਼ਦੀਕ ਆ ਜਾਣਗੇ। ਦੂਸਰੀ ਕੰਡੀਸ਼ਨ ਦੇ ਵਿੱਚ ਉਹ ਰਿਲੈਕਸ ਕਰ ਜਾਂਦੀਆਂ ਹਨ ਤੇ ਟੈਸਟਿਸ ਬਾਡੀ ਤੋਂ ਦੂਰ ਹੋ ਜਾਂਦੇ ਹਨ। ਇਸ ਦਾ ਰੀਜ਼ਨ ਹੈ ਕਿ ਜੋ ਸਪਰਮਸ ਟੈਸਟਿਸ ਦੇ ਵਿੱਚ ਬਣ ਰਹੇ ਹਨ ਉਹਨਾਂ ਨੂੰ ਆਪਟੀਮਲ ਟੈਂਪਰੇਚਰ ਮਿਲੇ, ਡਿਵੈਲਪਮੈਂਟ ਉਹਨਾਂ ਦੀ ਸਹੀ ਹੋਵੇ। ਤਾਂ ਫਸਟ ਪਾਰਟ ਸੀ ਸਾਡਾ ਟੈਸਟਿਸ, ਸੈਕੰਡ ਸਕਰੋਟਮ। ਹੁਣ ਗੱਲ ਕਰਦੇ ਹਾਂ ਥਰਡ ਪਾਰਟ ਦੀ। ਥਰਡ ਪਾਰਟ ਹੈ this one
एपीडिडिमस। टेस्टिस ਦੇ बैक साइड ਤੇ ਕੋਇਲਡ ਸਟਰਕਚਰ ਨਜ਼ਰ ਆ ਰਹੀ ਹੈ, ਉਹਨੂੰ ਕਹਿੰਦੇ ਹਾਂ एपीडिडिमस। ਹੁਣ एपीडिडिमस ਕੀ ਹੈ? एपीडिडिमस एक हाईली कोइल्ड स्ट्रक्चर है, कुंडलीनुमा। टेस्टिस दे जस्ट बैक साइड ते है। जिन्ने भी स्पर्म्स टेस्टिस विच बनते हैं वो अल्टीमेटली एपीडिडिमस दे विच आके स्टोर होंदे हैं। इत्थे एक तां उन्हां दी स्टोरेज हुंदी है, सैकेंड चीज़ उन्हां दी डिवेलपमेंट हुंदी है। वो मूव करना सीखते हैं, उन्होंने टेल्स की डिवेलपमेंट होती है, मूवमेंट करना सीखते हैं। ये सारे काम एपीडिडिमस कंप्लीट होंगे हैं। थर्ड इंपॉर्टेंट पार्ट टेस्टिस, पहला पार्ट उसके जस्ट बैक साइड ते एपीडिडिमस। तीसरा पार्ट स्क्रोटम, वो सैक लाइक स्ट्रक्चर जिस दे विच टेस्टिस हन। नैक्सट हम फोर्थ पार्ट है वास डिफरेंस। आ ट्यूब लाइक स्ट्रक्चर थोड़ा नजर आ रही होगी जो यूरिनरी ब्लैडर ਦੇ ਪਿੱਛੋਂ ਦੀ ਘੁੰਮ ਕੇ ਇੱਥੇ ਆ ਕੇ ਓਪਨ ਹੋ ਰਹੀ ਹੈ। ਯੂਰੀਨਰੀ ਬਲੈਡਰ ਤੋਂ ਤੁਹਾਨੂੰ ਪਤਾ ਹੈ ਵੀ ਯੂਰੇਥਰਾ ਦੇ ਰਾਹੀਂ ਯੂਰਿਨ ਵੀ ਬਾਹਰ ਪਾਸ ਆਊਟ ਹੁੰਦਾ ਹੈ। ਮੇਲ ਰੀਪਰੋਡਕਟਿਵ ਆਰਗਨ ਜਿਹੜੇ ਹਨ ਉਹ ਯੂਰੀਨਰੀ ਜੈਨੇਟਲ ਆਰਗਨ ਹਨ, ਮੀਨਸ ਇਹਨਾਂ ਤੋਂ ਯੂਰਿਨ ਵੀ ਪਾਸ ਹੋਵੇਗਾ ਤੇ ਸਪਰਮਸ ਵੀ ਇਸ ਰਸਤੇ ਤੋਂ ਪਾਸ ਆਊਟ ਹੋਣਗੇ। ਤਾਂ ਵਾਸ ਡਿਫਰੈਂਸ ਕੀ ਹੈ? जिन्ने भी टेस्टिस ने स्पर्म बनाए वो एपीडिडिमस च रहे, उत्थे वो डिवेलप होए। उस तो बाद इस पाइप लाइक स्ट्रक्चर जिसनों वास डिफरेंस कहने हैं उस राही यूरेथ्रा तक पहुंचते हैं। ये सी चौथा हिस्सा वास डिफरेंस। हुण गल करते हाँ तीन मेन ग्लैंड्स की। मेल रिप्रोडक्टिव ऑर्गन दे विच बेसिकली तीन मेन ग्लैंड्स भी हैं। किहड़ियां-किहड़ियां? पहली है सैमिनल वेसिकल, सैकेंड है प्रोस्टेट ते थर्ड है कूपर ग्लैंड। सैमिनल वेसिकल ग्लैंड जिहड़ियां हन वो संख्या विच दो हुंदियां हन। वन इज प्रोस्टेट, वन इज कूपर ग्रंथि। तीनों ग्लैंड्स दा काम की है? तीनों ग्लैंड्स तो जिहड़े सिक्रीशन आउंदे हन वो एक अजिहे फ्लूइड ਦਾ ਨਿਰਮਾਣ ਕਰਦੇ ਹਨ ਜਿਸ ਦੇ ਵਿੱਚ ਸਪਰਮ ਸਰਵਾਈਵ ਕਰਦੇ ਹਨ। ਉਸ ਫਲੂਇਡ ਨੂੰ ਕਹਿੰਦੇ ਹਾਂ ਸੀਮਨ, ਜਾਂ ਉਸ ਨੂੰ ਪੰਜਾਬੀ 'ਚ ਵੀਰਜ ਵੀ ਕਹਿੰਦੇ ਹਾਂ। ਤਾਂ ਬੇਸਿਕਲੀ ਇਹਨਾਂ ਤਿੰਨੋਂ ਗਲੈਂਡਸ ਦਾ ਕੰਮ ਕੀ ਹੈ? ਇਹ ਅਜਿਹਾ ਫਲੂਇਡ ਬਣਾਉਣਗੇ ਜਿਸ ਦੇ ਵਿੱਚ ਟੈਸਟਿਸ ਤੋਂ ਜਿਹੜੇ ਸਪਰਮਸ ਆਏ ਹਨ ਉਹ ਉਸ ਫਲੂਇਡ ਦੇ ਵਿੱਚ ਸਰਵਾਈਵ ਕਰਨਗੇ, ਉੱਥੋਂ ਆਪਣਾ ਨਰਿਸ਼ਮੈਂਟ ਲੈਣਗੇ ਤੇ ਮੂਵਮੈਂਟ ਕਰਨਗੇ। ਹੁਣ ਜੇਕਰ ਗੱਲ ਕਰੀਏ ਸੈਮੀਨਲ ਵੈਸੀਕਲ ਦੀ ਤੇ ਪ੍ਰੋਸਟੇਟ ਦੀ ਤੇ ਕੋਪਰ ਦੀ ਅਲੱਗ-ਅਲੱਗ ਦੀ ਗੱਲ ਕਰੀਏ, ਸੈਮੀਨਲ ਵੈਸੀਕਲਸ ਤੋਂ ਜਿਹੜਾ ਫਲੂਇਡ ਆਇਆ ਤੇ ਪ੍ਰੋਸਟੇਟ ਤੋਂ ਜਿਹੜਾ ਫਲੂਇਡ ਆਇਆ ਤੇ ਕੂਪਰ ਗ੍ਰੰਥੀ ਤੋਂ ਜਿਹੜੇ ਸਕ੍ਰੀਸ਼ਨਸ ਆਏ ਉਹਨਾਂ ਨੇ ਇੱਕ ਐਸਾ ਫਲੂਇਡ ਬਣਾਇਆ ਜਿਸ ਨੂੰ ਕਹਿੰਦੇ ਹਾਂ ਸੀਮਨ, ਜਿਸ ਦੇ ਵਿੱਚ ਸਪਰਮ ਸਰਵਾਈਵ ਕਰਦੇ ਹਨ। ਇਸ ਤੋਂ ਇਲਾਵਾ ਪ੍ਰੋਸਟੇਟ ਗਲੈਂਡ ਜਿਹੜੀ ਹੈ ਉਹ ਇੱਕ ਹੋਰ ਕੰਮ ਕਰਦੀ ਹੈ। ਉਹ ਸੀਮਨ ਨੂੰ ਪੁਸ਼ ਕਰਦੀ ਹੈ ਯੂਰੇਥਰਾ ਦੇ ਵਿੱਚ, ਤਾਂ ਜੋ ਸੀਮਨ ਪੁਸ਼ ਹੋ ਕੇ ਯੂਰੇਥਰਾ ਦੇ ਵਿੱਚ ਅੱਗੇ ਚੱਲੇ ਤੇ ਬਾਅਦ ਚ ਬਾਹਰ ਪਾਸ ਆਊਟ ਹੋ ਜਾਏ। ਥਰਡ ਗਲੈਂਡ ਹੈ ਸਾਡੀ ਕੂਪਰ ਗਲੈਂਡ। ਕੂਪਰ ਗਲੈਂਡ ਮਟਰ ਦੇ ਦਾਣੇ ਜਿੰਨਾ ਇਹਦਾ ਸਾਈਜ਼ ਹੁੰਦਾ ਹੈ, ਪੀ ਲਾਈਕ ਸਟਰਕਚਰ ਹੈ ਇਹ। ਕੂਪਰ ਗਲੈਂਡ ਤੋਂ ਜਿਹੜੇ ਸਿਕ੍ਰੀਸ਼ਨਸ ਆਉਂਦੇ ਹਨ ਉਹ ਬੇਸਿਕਲੀ ਸੀਮਨ ਦੇ ਵਿੱਚ ਲੁਬਰੀਕੇਸ਼ਨ ਦਾ ਕੰਮ ਕਰਦੇ ਹਨ। ਕੂਪਰ ਗਲੈਂਡਸ ਦੀ ਸਿਕ੍ਰੀਸ਼ਨਸ ਲੁਬਰੀਕੈਂਟ ਦਾ ਕੰਮ ਕਰਦੀਆਂ ਹਨ। ਤਾਂ ਇਸ ਤਰ੍ਹਾਂ ਤਿੰਨੋਂ ਗਲੈਂਡਸ ਦੇ ਸਿਕ੍ਰੀਸ਼ਨ ਇੱਕ ਅਜਿਹਾ ਫਲੂਇਡ ਬਣਾਉਣਗੇ ਜਿਸ ਨੂੰ ਕਹਿੰਦੇ ਹਾਂ ਸੀਮਨ, ਜਿਸ ਦੇ ਵਿੱਚ ਸਪਰਮਸ ਈਜ਼ੀਲੀ ਸਰਵਾਈਵ ਕਰਦੇ ਹਨ ਤੇ ਮੂਵ ਕਰਦੇ ਹਨ। ਤਾਂ ਇਹ ਸੀ ਤਿੰਨੋਂ ਗਲੈਂਡਸ। ਹੁਣ ਨੈਕਸਟ ਗੱਲ ਕਰਦੇ ਹਾਂ ਯੂਰੇਥਰਾ ਦੀ। ਯੂਰੇਥਰਾ ਜਿਵੇਂ ਕਿ ਤੁਹਾਨੂੰ ਪਤਾ ਹੈ ਯੂਰੀਨਰੀ ਬਲੈਡਰ ਤੋਂ ਜਿਹੜਾ ਯੂਰਿਨ ਪਾਸ ਆਊਟ ਹੋਣਾ ਹੈ ਬੋਡੀ ਤੋਂ ਬਾਹਰ, ਉਹ ਯੂਰੇਥਰਾ ਦੇ ਰਾਹੀਂ ਪਾਸ ਆਊਟ ਹੁੰਦਾ ਹੈ। ਹੁਣ ਧਿਆਨ ਦੇਣਾ, ਆ ਟੈਸਟੀਕਲਸ ਤੋਂ ਐਪੀਡਿਡਿਮਸ ਦੇ ਰਾਹੀਂ ਵਾਸ ਡਿਫਰੈਂਸ ਤੋਂ ਹੁੰਦੇ ਹੋਏ ਜਿਹੜੇ ਸਪਰਮਸ ਇੱਥੇ ਪਹੁੰਚੇ, ਇੱਥੋਂ ਸੈਮੀਨਲ ਵੈਸੀਕਲ ਦੇ ਫਲੂਇਡ ਵਿੱਚ ਐਡ ਹੋ ਗਏ ਸਿਕ੍ਰੀਸ਼ਨਸ, ਪ੍ਰੋਸਟੇਟ ਦੇ ਐਡ ਹੋ ਗਏ, ਅੱਗੇ ਚੱਲੇ ਇੱਥੋਂ ਕੂਪਰ ਗਲੈਂਡ ਦੇ ਸਿਕ੍ਰੀਸ਼ਨਸ ਉਸ ਦੇ ਵਿੱਚ ਐਡ ਹੋ ਗਏ। ਤਾਂ ਇਸ ਤਰ੍ਹਾਂ ਇਹ ਜਿਹੜੇ ਤਿੰਨੋਂ ਫਲੂਇਡਸ ਮਿਲੇ ਉਹ
ਬਣ ਗਏ ਸੀਮਨ। ਸੀਮਨ ਦੇ ਵਿੱਚ ਹੁਣ ਹਨ ਸਪਰਮਸ, ਜਿਹੜੇ ਕਿ ਫਿਰ ਇਸ ਯੂਰੇਥਰਾ ਦੇ ਰਾਹੀਂ ਬਾਹਰ ਪਾਸ ਆਊਟ ਹੋ ਜਾਂਦੇ ਹਨ। ਪਾਸ ਆਊਟ ਕਰਨ ਲਈ ਕਿਹੜਾ ਆਰਗਨ ਉਹਨਾਂ ਨੂੰ ਹੈਲਪ ਕਰਦਾ ਹੈ? ਉਹ ਹੈ ਪੀਨਸ। ਪੀਨਸ ਕੀ ਹੈ? ਇਹ ਟਿਊਬੂਲਰ ਸਟਰਕਚਰ ਹੈ। ਬੇਸਿਕਲੀ ਇਹ ਮੇਲ ਗੈਮੀਟਸ ਨੂੰ ਫੀਮੇਲ ਰੀਪਰੋਡਕਟਿਵ ਸਿਸਟਮ ਤੱਕ ਪਹੁੰਚਾਉਣ ਦਾ ਇੱਕ ਆਰਗਨ ਹੈ, ਇੱਕ ਅੰਗ ਹੈ। ਤਾਂ ਇਹ ਸੀ ਆਪਣਾ ਮੇਲ ਰੀਪਰੋਡਕਟਿਵ ਸਿਸਟਮ। ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਹਾਂ। ਇੰਪੋਰਟੈਂਟ ਪਾਰਟ ਦੋ ਸਾਡੇ ਟੈਸਟਿਸ, one is right and second is left। ਲੈਫਟ ਵਾਲਾ ਟੈਸਟਿਸ ਥੋੜਾ ਜਿਹਾ ਡਾਊਨਵਰਡਸ ਹੁੰਦਾ ਹੈ ਤੇ ਰਾਈਟ ਅਪਵਰਡ ਹੁੰਦਾ ਹੈ। ਟੈਸਟਿਸ ਦਾ ਕੰਮ ਕੀ? ਫਸਟ ਕੰਮ ਇਹਨਾਂ ਦਾ ਹੈ ਮੇਲ ਗੈਮੀਟ ਸਪਰਮ ਨੂੰ ਤਿਆਰ ਕਰਨਾ। ਦੂਸਰਾ ਮੇਲ ਸੈਕਸ ਹਾਰਮੋਨ ਟੈਸਟੋਸਟੇਰੋਨ ਬਣਾਉਣਾ। ਆ ਦੋ ਕੰਮ ਨੇ ਟੈਸਟਿਸ ਦੇ। ਹੁਣ ਜਿਹੜੇ ਸਪਰਮਸ ਇੱਥੇ ਬਣੇ ਉਹ ਆਣਗੇ ਐਪੀਡਿਡਿਮਸ 'ਚ। ਐਪੀਡਿਡਿਮਸ ਟੈਸਟਿਸ ਦੇ ਜਸਟ ਬੈਕ ਸਾਈਡ ਤੇ ਕੋਇਲ ਟਿਊਬ ਲਾਈਕ ਸਟਰਕਚਰ ਹੈ। ਇੱਥੇ ਸਪਰਮਸ ਰਹਿਣਗੇ, ਡਿਵੈਲਪ ਕਰਨਗੇ। ਉਸ ਤੋਂ ਬਾਅਦ ਇਹ ਸਪਰਮਸ ਆ ਇੱਕ ਟਿਊਬ ਲਾਈਕ ਸਟਰਕਚਰ ਨਜ਼ਰ ਆ ਰਹੀ ਹੈ, ਉਸ ਦੇ ਰਾਹੀਂ ਚੱਲਦੇ ਹੋਏ ਅੱਗੇ ਪਹੁੰਚਦੇ ਹਨ। ਇਸ ਟਿਊਬ ਲਾਈਕ ਸਟਰਕਚਰ ਨੂੰ ਕਹਿੰਦੇ ਹਾਂ ਵਾਸ ਡਿਫਰੈਂਸ। ਹੁਣ ਅੱਗੇ ਚੱਲਦੇ ਹੋਏ ਤਿੰਨ ਮੇਨ ਗਲੈਂਡਸ ਹਨ ਜਿਹੜੀਆਂ ਇਸ ਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਹਨ। ਵਨ ਇਜ਼ ਸੈਮੀਨਲ ਵੈਸਿਕਲ, ਸੈਕੰਡ ਪ੍ਰੋਸਟੇਟ, ਥਰਡ ਕੂਪਰ ਗ੍ਰੰਥੀ। ਤਿੰਨਾਂ ਦੇ ਸਿਕ੍ਰੀਸ਼ਨਸ ਇੱਕ ਅਜਿਹਾ ਫਲੂਇਡ ਬਣਾਉਂਦੇ ਹਨ ਜਿਸ ਨੂੰ ਕਹਿੰਦੇ ਹਾਂ ਸੀਮਨ। ਉਹ ਕੀ ਕਰਦਾ ਹੈ? ਸੀਮਨ ਦੇ ਵਿੱਚ ਮੇਲ ਗੈਮੀਟ ਜਿਹੜੇ ਹਨ ਸਪਰਮਸ, ਉਹ ਈਜ਼ੀਲੀ ਰਹਿੰਦੇ ਹਨ, ਨਰਿਸ਼ਮੈਂਟ ਲੈਂਦੇ ਹਨ, ਮੂਵਮੈਂਟ ਕਰਦੇ ਹਨ। ਤਾਂ ਤਿੰਨਾਂ ਦੇ ਸਿਕ੍ਰੀਸ਼ਨਸ ਐਡ ਆਨ ਹੁੰਦੇ ਆ। ਅਲਟੀਮੇਟਲੀ ਸੀਮਨ ਪੀਨਸ ਆਰਗਨ ਦੇ ਰਾਹੀਂ ਮੇਲ ਦੇ ਸਰੀਰ ਤੋਂ ਪਾਸ ਆਊਟ ਹੋ ਜਾਂਦੇ ਹਨ। ਤੇ ਪੀਨਸ ਇੱਕ ਅਜਿਹਾ ਆਰਗਨ ਹੈ ਜੋ ਮੇਲ ਗੈਮੀਟਸ ਨੂੰ ਫੀਮੇਲ ਰੀਪਰੋਡਕਟਿਵ ਸਿਸਟਮ ਤਾਈਂ ਪਹੁੰਚਾਉਣ ਦਾ ਇੱਕ ਅੰਗ ਹੈ। ਇਹ ਸੀ ਸਾਡਾ ਮੇਲ ਰੀਪਰੋਡਕਟਿਵ ਸਿਸਟਮ। ਹੁਣ ਗੱਲ ਕਰਦੇ ਹਾਂ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਬਾਰੇ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਕੀ ਬਣਨਾ ਹੈ? ਉਹਦੇ ਵਿੱਚ ਬਣਨੇ ਹਨ ਫੀਮੇਲ ਗੈਮੀਟਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਗ ਜਾਂ ਓਵਮ। ਆ ਐਗ ਦੀ ਸਟਰਕਚਰ ਬਣਾ ਰੱਖੀ ਹੈ। ਹੁਣ ਪਿਆਰੇ ਵਿਦਿਆਰਥੀਓ, ਤੁਸੀਂ ਇੱਕ ਚੀਜ਼ ਹੋਰ ਦੇਖਦੇ ਹੋਵੋਗੇ, ਇੱਥੇ ਆ ਦੋ ਸਾਈਨਸ ਹੀ ਬਣਾਏ ਹਨ। ਤਾਂ ਸਾਇੰਟੀਫਿਕ ਲੈਂਗੁਏਜ ਦੇ ਵਿੱਚ ਮੇਲ ਦਾ ਸਾਈਨ ਆ ਵਾਲਾ ਹੁੰਦਾ ਹੈ ਤੇ ਫੀਮੇਲ ਦਾ ਸਾਈਨ ਦਿਸ ਵਨ। ਹੁਣ ਫੀਮੇਲ ਗੈਮੀਟਸ ਬਣਾਉਣੇ ਤੇ ਨਾਲ ਹੀ ਫੀਮੇਲ ਸੈਕਸ ਹਾਰਮੋਨ ਐਸਟ੍ਰੋਜਨ ਨੂੰ ਬਣਾਉਣਾ, ਉਹ ਕੰਮ ਹੈ ਫੀਮੇਲ ਰੀਪਰੋਡਕਟਿਵ ਆਰਗਨਸ ਦਾ। ਇਹਦੇ ਵਿੱਚ ਹੁਣ ਕਿਹੜੇ ਕਿਹੜੇ ਪਾਰਟਸ ਹਨ ਤੇ ਕੀ ਉਹਨਾਂ ਦੀ ਸਟਰਕਚਰ ਹੈ ਤੇ ਕੀ ਉਹਨਾਂ ਦਾ ਕੰਮ ਹੈ, ਉਹ ਵੀ ਹੁਣ ਆਪਾਂ ਡਿਸਕਸ ਕਰ ਲਈਏ। ਫੀਮੇਲ ਰੀਪਰੋਡਕਟਿਵ ਆਰਗਨ ਦੇ ਵਿੱਚ ਸਭ ਤੋਂ ਫਸਟ ਪਾਰਟ ਹੈ ਫੈਲੋਪੀਅਨ ਟਿਊਬ, ਸੈਕੰਡ ਫਿਮਬਰਾਈ, ਥਰਡ ਓਵਰੀ, फोर्थ ओवरियन लिगामेंट, फिफ्थ यूट्रस, सिक्स्थ सर्विक्स एंड सेवंथ वेजाइना। हुण ध्यान नाल गौर करना, फस्ट पार्ट आपां लैने हां फैलोपियन ट्यूब। फीमेल रिप्रोडक्टिव ऑर्गन दे विच फैलोपियन ट्यूब की संख्या कितनी है? वन इज दिस एंड वन इज दिस, दो फैलोपियन ट्यूब हैं। फैलोपियन ट्यूब मस्कुलर ट्यूब लाइक स्ट्रक्चर है। इहदा काम की है? फैलोपियन ट्यूब जेड़ा भी स्पर्म फीमेल रिप्रोडक्टिव सिस्टम दे विच एंटर करेगा, वो ओवरी तो जेड़ा एग आना है उसका मिलान फैलोपियन ट्यूब च होगा। तो मीनस फर्टिलाइजेशन का जेड़ा काम है वो फैलोपियन ट्यूब दे विच हुंदा है। हुण दूसरा इंपॉर्टेंट पार्ट फिम्ब्राई। फिम्ब्राई की है? फिम्ब्राई फिंगर लाइक स्ट्रक्चर्स हैं, लाइक दिस फिंगर लाइक स्ट्रक्चर है। ओवरी के उपर इस तरह अटैच रहिंदियां हन। फिंगर लाइक स्ट्रक्चर्स हैं,
ਫਨਲ ਸ਼ੇਪ ਹੈ, ਕੀਪ ਵਰਗੀਆਂ ਹਨ, ਜੋ ਓਵਰੀ ਨੂੰ ਕਵਰ ਕਰਕੇ ਰੱਖਦੀਆਂ ਹਨ। ਓਵਰੀਜ਼ ਤੋਂ ਜਿਹੜਾ ਵੀ ਐਗ ਬਣਨਾ ਹੈ ਉਹ ਫਿਮਬਰਾਈ ਦੇ ਥਰੂ ਫੈਲੋਪੀਅਨ ਟਿਊਬ 'ਚ ਆਵੇਗਾ। ਹੁਣ ਥਰਡ ਇੰਪੋਰਟੈਂਟ ਪਾਰਟ ਫੀਮੇਲ ਰੀਪਰੋਡਕਟਿਵ ਸਿਸਟਮ ਦਾ ਉਹ ਹੈ ਓਵਰੀ। ਫੀਮੇਲ ਗੈਮੀਟਸ ਤੇ ਫੀਮੇਲ ਹਾਰਮੋਨ ਜਿਹੜਾ ਹੈ ਉਹਨਾਂ ਨੂੰ ਬਣਾਉਣਾ ਓਵਰੀ ਦਾ ਕੰਮ ਹੈ। ਫੀਮੇਲ ਗੈਮੀਟ ਨੂੰ ਕੀ ਕਹਿੰਦੇ ਹਾਂ? ਓਵਮ ਜਾਂ ਐਗ। ਉਹ ਬਣੇਗਾ ਓਵਰੀ ਦੇ ਵਿੱਚ। ਓਵਰੀ ਤੋਂ ਫਿਮਬਰਾਈ ਦੇ ਥਰੂ ਹੁੰਦਾ ਹੋਇਆ ਉਹ ਫੈਲੋਪੀਅਨ ਟਿਊਬ 'ਚ ਆਵੇਗਾ। ਸਪੋਜ਼ ਇਹ ਹੈ ਐਗ, ਉਹ ਇੱਥੋਂ ਮੂਵ ਕਰਦਾ ਹੋਇਆ ਇਸ ਜਗ੍ਹਾ ਤੇ ਪਹੁੰਚੇਗਾ। ਹੁਣ ਪਹੁੰਚੇਗਾ ਕਿਵੇਂ? ਫੈਲੋਪੀਅਨ ਟਿਊਬ ਦੇ ਅੰਦਰਲੇ ਪਾਸੇ ਸਿਲੀਆ ਹੁੰਦੇ ਹਨ ਜੋ ਐਗ ਨੂੰ ਅੱਗੇ ਮੂਵ ਕਰਨ ਦੇ ਵਿੱਚ ਹੈਲਪ ਕਰਦੇ ਹਨ। ਹੁਣ ਓਵਰੀਜ਼ ਤੋਂ ਐਗ ਫਿਮਬਰਾਈ ਦੇ ਥਰੂ ਹੁੰਦਾ ਹੋਇਆ ਫੈਲੋਪੀਅਨ ਟਿਊਬ ਤੱਕ ਆ ਗਿਆ। ਫੋਰਥ ਹੈ ਓਵਰੀਅਨ ਲਿਗਾਮੈਂਟ। ਇਹ ਐਸੇ ਲਿਗਾਮੈਂਟਸ ਹਨ ਜਿਸ ਦੇ ਨਾਲ ਓਵਰੀ ਯੂਟਰਸ ਨਾਲ ਜੁੜੀ ਰਹਿੰਦੀ ਹੈ। ਤਾਂ ਫਸਟ ਪਾਰਟ ਹੈ ਫੈਲੋਪੀਅਨ ਟਿਊਬ, ਸੈਕੰਡ ਹੈ ਫਿਮਬਰਾਈ ਫਿੰਗਰ ਲਾਈਕ ਸਟਰਕਚਰ, ਥਰਡ ਹੈ ਓਵਰੀ। ਓਵਰੀ ਦੇ ਵਿੱਚ ਹੀ ਐਗ ਜਾਂ ਓਵਮ ਦਾ ਨਿਰਮਾਣ ਹੋਣਾ ਹੈ, ਐਸਟ੍ਰੋਜਨ ਫਾਰਮੇਸ਼ਨ ਹੋਣੀ ਹੈ। ਫੋਰਥ ਹੈ ਓਵਰੀਅਨ ਲਿਗਾਮੈਂਟ ਜਿਸ ਦੇ ਰਾਹੀਂ ਓਵਰੀ ਯੂਟਰਸ ਨਾਲ ਜੁੜੀ ਰਹਿੰਦੀ ਹੈ। ਆਹ ਤਾਂ ਸੀ ਮੇਨ ਉਤਲੇ ਚਾਰ ਪਾਰਟ। ਹੁਣ ਗੱਲ ਕਰਦੇ ਹਾਂ ਯੂਟਰਸ ਦੀ। ਆਹ ਸੈਂਟਰ ਪੋਰਸ਼ਨ ਜਿਹੜਾ ਰੈੱਡ ਕਲਰ ਦਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹਨੂੰ ਕਹਿੰਦੇ ਹਾਂ ਯੂਟਰਸ ਜਾਂ ਗਰਭਾਸ਼ਯ। ਫਰਟੀਲਾਈਜੇਸ਼ਨ ਦੇ ਦੌਰਾਨ ਸਪਰਮ ਤੇ ਐਗ ਜਦੋਂ ਮਿਲ ਜਾਣਗੇ ਤਾਂ ਜ਼ਾਈਗੋਟ ਫਾਰਮੇਸ਼ਨ ਹੋਊਗੀ। ਉਹ ਫਰਟੀਲਾਈਜ਼ਡ ਐਗ ਜਿਹੜਾ ਹੈ ਉਹ ਯੂਟਰਸ ਦੀ ਇਨਰ ਵਾਲ ਤੇ ਆ ਕੇ ਚਿਪਕ ਜਾਏਗਾ। ਸਪੋਜ਼ ਦਿਸ ਵਨ ਫਰਟੀਲਾਈਜ਼ਡ ਐਗ, ਉਹ ਯੂਟਰਸ ਦੀ ਵਾਲ ਤੇ ਚਿਪਕ ਜਾਏਗਾ। ਫਿਰ ਉਸ ਤੋਂ ਬਾਅਦ ਉਸ ਦੀ ਗਰੋਥ ਸ਼ੁਰੂ ਹੋਊਗੀ। ਆਫਟਰ 9 months ਬੇਬੀ ਪੈਦਾ ਹੁੰਦਾ ਹੈ। ਯੂਟਰਸ ਤੋਂ ਬਾਅਦ ਨੈਕਸਟ ਹੈ ਪਾਰਟ ਸਰਵਿਕਸ। ਉਹ ਯੂਟਰਸ ਦਾ ਥੱਲੜਾ ਹਿੱਸਾ ਹੈ, ਦਿਸ ਵਨ, ਇਹਨੂੰ ਕਹਿੰਦੇ ਹਾਂ ਸਰਵਿਕਸ। ਮਸਕੂਲਰ ਸਟਰਕਚਰ ਹੈ। ਸਰਵਿਕਸ ਬੇਸਿਕਲੀ ਯੂਟਰਸ ਨੂੰ ਵਿਜਾਈਨਾ ਤੱਕ ਜੋੜਨ ਦਾ ਇੱਕ ਪੈਸੇਜ ਹੈ। ਦੂਸਰਾ ਸਰਵਿਕਸ ਦਾ ਕੰਮ ਕੀ ਹੈ? ਜਦੋਂ ਸਪਰਮਸ ਫੀਮੇਲ ਰੀਪਰੋਡਕਟਿਵ ਸਿਸਟਮ 'ਚ ਐਂਟਰ ਕਰਦੇ ਹਨ ਤਾਂ ਉਹਨਾਂ ਨੂੰ ਗਾਈਡ ਕਰਦਾ ਹੈ ਯੂਟਰਸ ਤਾਈਂ ਜਾਣ ਦੇ ਲਈ। ਇਹ ਹੈ ਸਰਵਿਕਸ ਦਾ ਕੰਮ। ਨੈਕਸਟ ਪਾਰਟ ਹੈ ਵਿਜਾਈਨਾ। ਅਗੇਨ ਮਸਕੂਲਰ ਸਟਰਕਚਰ। ਇਸ ਨੂੰ ਆਪਾਂ ਬਰਥ ਕੈਨਾਲ ਵੀ ਕਹਿ ਸਕਦੇ ਹਾਂ। ਜਿੰਨੇ ਵੀ ਮੇਲ ਗੈਮੀਟਸ ਹੈ ਉਹ ਵਜਾਈਨਾ ਪਾਰਟ ਦੇ ਥਰੂ ਹੀ ਅੰਦਰ ਐਂਟਰ ਕਰਨਗੇ। ਇਹ ਹੋ ਗਿਆ ਇਹਨਾਂ ਦਾ ਪਹਿਲਾ ਕੰਮ। ਦੂਸਰਾ ਇੰਪੋਰਟੈਂਟ ਕੰਮ ਬੇਬੀ ਦਾ ਬਰਥ, ਚਾਈਲਡ ਦਾ ਬਰਥ ਜਦੋਂ ਹੋਵੇਗਾ ਉਹ ਵੀ ਇਸ ਆਰਗਨ ਦੇ ਥਰੂ ਹੀ ਬਾਹਰ ਆਵੇਗਾ। ਥਰਡ ਇੰਪੋਰਟੈਂਟ ਕੰਮ ਮੈਂਸਟਰੁਅਲ ਸਾਈਕਲਸ ਦੇ ਵਿੱਚ ਜਿੰਨਾ ਵੀ ਫਲੋ ਹੈ ਉਸ ਨੂੰ ਐਗਜ਼ਿਟ ਕਰਨ ਦਾ ਰਸਤਾ ਵਜਾਈਨਾ ਪਾਰਟ ਹੈ। ਤਾਂ ਇਹ ਸੀ ਫੀਮੇਲ ਰੀਪਰੋਡਕਟਿਵ ਸਿਸਟਮ। ਇੱਕ ਵਾਰ ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ। ਫਸਟ ਇੰਪੋਰਟੈਂਟ ਪਾਰਟ ਇਹਦਾ ਓਵਰੀਜ਼। ਓਵਰੀਜ਼ ਦੇ ਵਿੱਚ ਐਗ ਜਾਂ ਓਵਮ ਪ੍ਰੋਡਕਸ਼ਨ ਹੋਣੀ ਹੈ। ਓਵਰੀਜ਼ ਜੁੜੀਆਂ ਰਹਿੰਦੀਆਂ ਹਨ ਯੂਟਰਸ ਦੀ ਵਾਲ ਦੇ ਨਾਲ ਓਵਰੀਅਨ ਲਿਗਾਮੈਂਟ ਰਾਹੀਂ। ਉਸ ਤੋਂ ਬਾਅਦ ਨੈਕਸਟ ਪਾਰਟ ਫਿਮਬਰਾਈ, ਫਿੰਗਰ ਲਾਈਕ ਪ੍ਰੋਜੈਕਸ਼ਨਸ ਹਨ, ਫਨਲ ਸ਼ੇਪ ਹਨ, ਓਵਰੀ ਨੂੰ ਉੱਪਰੋਂ ਕਵਰ ਕਰਕੇ ਰੱਖਦੀਆਂ ਹਨ। ਐਗ ਇਹਨਾਂ ਦੇ ਥਰੂ ਅੱਗੇ ਚੱਲੇਗਾ ਫੈਲੋਪੀਅਨ ਟਿਊਬ ਦੇ ਵਿੱਚ। ਫੈਲੋਪੀਅਨ ਟਿਊਬ ਪਿੰਕ ਕਲਰ 'ਚ ਸੰਖਿਆ ਵਿੱਚ 2 ਰਾਈਟ ਐਂਡ ਲੈਫਟ। ਫੈਲੋਪੀਅਨ ਟਿਊਬ ਦੇ ਵਿੱਚ ਹੀ ਫਰਟੀਲਾਈਜੇਸ਼ਨ ਹੋਵੇਗਾ ਐਗ ਅਤੇ ਸਪਰਮ ਦਾ। ਉਸ ਤੋਂ ਬਾਅਦ ਉਹ ਫਰਟੀਲਾਈਜ਼ਡ ਐਗ ਅੱਗੇ ਆਵੇਗਾ ਤੇ ਯੂਟਰਸ, ਆਹ ਸੈਂਟਰ ਪੋਰਸ਼ਨ ਯੂਟਰਸ, ਇਸ ਦੀ ਵਾਲ ਤੇ ਆ ਕੇ ਅਟੈਚ ਹੋ ਜਾਏਗਾ ਤੇ ਉਸ ਤੋਂ ਬਾਅਦ ਉਸ ਦੀ ਡਿਵੈਲਪਮੈਂਟ ਸਟਾਰਟ ਹੋਵੇਗੀ। ਨੈਕਸਟ ਪਾਰਟ ਹੈ ਸਰਵਿਕਸ, ਮਸਕੂਲਰ ਸਟਰਕਚਰ ਹੈ। ਯੂਟਰਸ ਦਾ ਥੱਲੜਾ ਹਿੱਸਾ ਤੇ ਵਜਾਈਨਾ ਤੋਂ ਪਹਿਲੇ ਵਾਲਾ ਹਿੱਸਾ ਉਹ ਹੈ ਸਰਵਿਕਸ ਦਾ। ਇਹ ਕਹਿ ਸਕਦੇ ਹਾਂ ਕਿ ਯੂਟਰਸ ਤੇ ਵਜਾਈਨਾ ਨੂੰ ਮਿਲਾਉਣ ਵਾਲਾ ਰਸਤਾ ਹੈ ਉਹ ਸਰਵਿਕਸ। ਹੋਰ ਇਹਦਾ ਕੰਮ ਕੀ ਹੈ? ਸਪਰਮਸ ਨੂੰ ਗਾਈਡ ਕਰਨਾ ਯੂਟਰਸ ਤਾਈਂ ਜਾਣ ਦੇ ਲਈ। ਲਾਸਟ ਪਾਰਟ ਹੈ
वेजाइना अगेन मस्कुलर स्ट्रक्चर, इसनूं बर्थ कैनाल भी कहने हैं क्योंकि इस रस्ते राही ही बच्चे का जन्म होंदा है, बच्चा बाहर आंदा है। दूसरा, मैंस्ट्रुअल साइकिल के दौरान ब्लड फ्लो नूं एग्जिट करन दा रस्ता भी वेजाइना ही है। ਤਾਂ ਇਹ ਸੀ ਫੀਮੇਲ ਰੀਪਰੋਡਕਟਿਵ ਆਰਗਨ। ਹੁਣ ਪਿਆਰੇ ਵਿਦਿਆਰਥੀਓ, ਇੱਥੇ ਇੱਕ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਸਾਡੇ ਦਿਮਾਗ ਦੇ ਵਿੱਚ, ਜੇਕਰ ਕੋਈ ਐਗ ਫਰਟੀਲਾਈਜ਼ ਨਾ ਹੋਵੇ, ਸਪੋਜ਼ ਹੁਣ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਹਾਂ, ਐਵਰੀ ਮੰਥ ਓਵਰੀ ਤੋਂ ਐਗ ਪ੍ਰੋਡਿਊਸ ਹੁੰਦਾ ਹੈ, ਬਟ ਇਹ ਜ਼ਰੂਰੀ ਨਹੀਂ ਕਿ ਹਰ ਮਹੀਨੇ ਉਸ ਐਗ ਦੀ ਫਰਟੀਲਾਈਜੇਸ਼ਨ ਵੀ ਹੋਵੇ, ਮੀਨਸ ਐਗ ਤੇ ਸਪਰਮ ਦਾ ਮਿਲਾਨ ਵੀ ਹੋਵੇ। ਜੇਕਰ ਉਹ ਨਹੀਂ ਹੋਵੇਗਾ ਤਾਂ ਕੀ ਹੋਵੇਗਾ? ਮੀਨਸ ਜੇਕਰ ਓਵਰੀ ਤੋਂ ਨਿਕਲਿਆ ਹੋਇਆ ਐਗ ਸਪਰਮ ਦੇ ਨਾਲ ਨਹੀਂ ਮਿਲਦਾ, ਫਰਟੀਲਾਈਜੇਸ਼ਨ ਨਹੀਂ ਹੁੰਦੀ, ਤਾਂ ਫਿਰ ਕੀ ਹੋਵੇਗਾ? ਇਸ ਦੇ ਵਿੱਚ ਇੱਕ ਹੋਰ ਆਪਣਾ ਇੰਪੋਰਟੈਂਟ ਟੌਪਿਕ ਆ ਜਾਂਦਾ ਹੈ, ਉਹ ਹੁਣ ਡਿਸਕਸ ਕਰਦੇ ਹਾਂ, ਜੋ ਇਸੇ ਵਿਸ਼ੇ ਨਾਲ ਸੰਬੰਧਿਤ ਹੈ। ਡੀਅਰ ਸਟੂਡੈਂਟਸ, ਜਦੋਂ ਵੀ ਓਵਰੀਜ਼ ਦੇ ਵਿੱਚ ਐਗ ਐਵਰੀ ਮੰਥ ਤਿਆਰ ਹੁੰਦਾ ਹੈ ਜਾਂ ਓਵਮ ਤਿਆਰ ਹੁੰਦਾ ਹੈ, ਤਾਂ ਯੂਟਰਸ ਵੀ ਆਪਣੇ ਆਪ ਨੂੰ ਤਿਆਰ ਕਰਦਾ ਹੈ। ਕਿਸ ਲਈ? ਫਰਟੀਲਾਈਜੇਸ਼ਨ ਇੰਪਲਾਂਟੇਸ਼ਨ ਲਈ। ਯੂਟਰਸ ਦੀ ਵਾਲਸ ਥਿਕ ਹੋ ਜਾਂਦੀਆਂ ਹਨ, ਕਈ ਤਰ੍ਹਾਂ ਦੇ ਹਾਰਮੋਨਸ ਹਨ, FSH, LH, ਐਸਟ੍ਰੋਜਨ, ਪ੍ਰੋਜੈਸਟੇਰੋਨ, ਉਹ ਹਾਰਮੋਨਸ ਕਈ ਤਰ੍ਹਾਂ ਦੇ ਐਕਟੀਵਿਟੀਜ਼ ਕਰਦੇ ਹਨ। ਤਾਂ ਯੂਟਰਸ ਆਪਣੇ ਆਪ ਨੂੰ ਤਿਆਰ ਕਰਦਾ ਹੈ ਹਰ ਮਹੀਨੇ ਬੱਚੇ ਦੇ ਪੈਦਾ ਹੋਣ ਦੇ ਲਈ। ਲੇਕਿਨ ਬੱਚਾ ਕਦੋਂ ਪੈਦਾ ਹੋਵੇਗਾ? ਜਦੋਂ ਮੇਲ ਤੇ ਫੀਮੇਲ ਗੈਮੀਟਸ ਦੋਨੋਂ ਮਿਲਣਗੇ। ਜੇਕਰ ਉਹ ਨਹੀਂ ਮਿਲਦੇ ਤਾਂ ਯੂਟਰਸ ਦੀ ਵਾਲ ਸ਼ੈਡ ਆਫ ਹੋ ਜਾਂਦੀ ਹੈ, ਮਤਲਬ ਕੱਟ ਜਾਂਦੀ ਹੈ। ਇਸ ਤਰ੍ਹਾਂ ਬਲੱਡ ਫਲੋ ਸ਼ੁਰੂ ਹੁੰਦਾ ਹੈ, ਜਿਸ ਨੂੰ ਕਹਿੰਦੇ ਹਾਂ ਮੈਂਸਟਰੁਅਲ ਸਾਈਕਲ। ਗਰਲਸ ਦੇ ਵਿੱਚ ਐਵਰੇਜ ਏਜ ਇਹਦੀ 10 ਤੋਂ ਲੈ ਕੇ 12 ਸਾਲ ਹੈ ਜਦੋਂ ਇਹ ਸਟਾਰਟ ਹੁੰਦਾ ਹੈ। 55 ਇਅਰਸ ਏਜ ਤੋਂ ਬਾਅਦ ਮੈਂਸਟਰੁਅਲ ਸਾਈਕਲ ਬੰਦ ਹੋ ਜਾਂਦੇ ਹਨ, ਜਿਸ ਨੂੰ ਕਹਿੰਦੇ ਹਾਂ ਮੀਨੋਪੌਜ਼ ਅਵਸਥਾ। ਤਾਂ ਇਹ ਸੀ ਆਪਣਾ ਮੇਲ ਅਤੇ ਫੀਮੇਲ ਰੀਪਰੋਡਕਟਿਵ ਆਰਗਨ। ਹੁਣ ਗੱਲ ਕਰਦੇ ਹਾਂ ਫਰਟੀਲਾਈਜੇਸ਼ਨ ਦੀ, ਆਪਣਾ ਲਾਸਟ ਟੌਪਿਕ ਰਹਿ ਗਿਆ। ਇੱਥੋਂ ਜਿਹੜੇ ਸਪਰਮ ਮੇਲ ਰੀਪਰੋਡਕਟਿਵ ਆਰਗਨ ਤੋਂ ਜਿਹੜੇ ਸਪਰਮਸ ਹੋਣਗੇ ਉਹ ਪਹੁੰਚਣਗੇ ਫੀਮੇਲ ਰੀਪਰੋਡਕਟਿਵ ਆਰਗਨ ਤਾਈਂ। ਹੁਣ ਸਪਰਮਸ ਜਿਹੜੇ ਹਨ ਉਹਨਾਂ ਦੇ ਵਿੱਚ ਤੁਸੀਂ ਸਟਰਕਚਰ ਦੇ ਵਿੱਚ ਦੇਖ ਰਹੇ ਹੋ, ਟੇਲ ਹੈ, ਟੇਲ ਦੀ ਹੈਲਪ ਦੇ ਨਾਲ ਉਹ ਸਪਰਮਸ ਮੂਵ ਕਰ ਸਕਦੇ ਹਨ। ਇੱਥੋਂ ਸਪਰਮਸ ਮੂਵ ਕਰਕੇ ਅੱਗੇ ਵਧਣਗੇ ਤੇ ਅਲਟੀਮੇਟਲੀ ਪਹੁੰਚਣਗੇ ਫੈਲੋਪੀਅਨ ਟਿਊਬ ਤਾਈਂ। ਇੱਥੇ ਸਪਰਮ ਤੇ ਐਗ ਦੋਨੋਂ ਮਿਲ ਜਾਣਗੇ, ਐਗ ਫਰਟੀਲਾਈਜ਼ਡ ਹੋ ਜਾਊਗਾ। ਉਸ ਤੋਂ ਬਾਅਦ ਫਰਟੀਲਾਈਜ਼ਡ ਐਗ ਯੂਟਰਸ 'ਚ ਆਏਗਾ ਤੇ ਉਸ ਦੀ ਵਾਲ ਦੇ ਨਾਲ ਅਟੈਚ ਹੋ ਜਾਏਗਾ, ਜਿੱਥੇ ਉਸ ਦੀ ਡਿਵੈਲਪਮੈਂਟ ਸ਼ੁਰੂ ਹੋਵੇਗੀ। ਜੇਕਰ ਫਰਟੀਲਾਈਜੇਸ਼ਨ ਨਹੀਂ ਹੁੰਦੀ ਤਾਂ ਉਹ ਤੁਹਾਨੂੰ ਮੈਂ ਦੱਸਤਾ ਵੀ ਐਵਰੀ ਮੰਥ ਯੂਟਰਸ ਦੀ ਇਨਰ ਵਾਲ ਕੱਟ ਜਾਂਦੀ ਹੈ, ਸ਼ੈਡ ਆਫ ਹੋ ਜਾਂਦੀ ਹੈ, ਮੈਂਸਟਰੁਅਲ ਸਾਈਕਲ ਸ਼ੁਰੂ ਹੋ ਜਾਂਦੇ ਹਨ। ਉਸ ਵਾਲ ਨੂੰ ਦੁਬਾਰਾ ਬਣਨ 'ਚ ਆਲਮੋਸਟ 1 ਮਹੀਨੇ ਦਾ ਟਾਈਮ ਲੱਗਦਾ ਹੈ। ਇਸੇ ਲਈ ਮੈਂਸਟਰੁਅਲ ਸਾਈਕਲਸ ਐਵਰੀ ਮੰਥ ਰਿਪੀਟ ਹੁੰਦੇ ਹਨ। ਐਵਰੀ ਮੰਥ ਯੂਟਰਸ ਸ਼ੈਡ ਆਫ ਹੁੰਦਾ ਹੈ ਤੇ ਦੁਬਾਰਾ ਉਸ ਦੀ ਰਿਪੇਅਰਿੰਗ ਹੁੰਦੀ ਹੈ, ਉਸ ਦੀ ਇਨਰ ਵਾਲ ਦੁਬਾਰਾ ਬਣਦੀ ਹੈ। ਤਾਂ ਇਸ ਤਰ੍ਹਾਂ ਅੱਜ ਆਪਾਂ ਦੇਖਿਆ ਮੇਲ ਅਤੇ ਫੀਮੇਲ ਰੀਪਰੋਡਕਟਿਵ ਆਰਗਨਸ, ਉਹਨਾਂ ਦਾ ਸਟਰਕਚਰ, ਉਹਨਾਂ ਦੇ ਫੰਕਸ਼ਨਸ ਤੇ ਫਰਟੀਲਾਈਜੇਸ਼ਨ ਕੀ ਹੈ ਤੇ ਮੈਂਸਟਰੁਅਲ ਸਾਈਕਲ ਕੀ ਹੈ। ਮੈਂ ਆਸ ਕਰਦਾ ਹਾਂ ਆਪ ਸਭਨਾਂ ਨੂੰ ਟੌਪਿਕ ਸਮਝ ਆ ਗਿਆ ਹੋਵੇਗਾ। ਥੈਂਕ ਯੂ ਵੈਰੀ ਮਚ। Stay home, stay safe.